सोहबती नेकां अगर बाशद नसीब, दौलते जावेद जाबी ए हबीब। दौलते जावेद बाशद बंदगी, बंदगी को न बंदगी को न बंदगी। गर तुरा जा दे खुदा हासिल शबद, हल्ले हर मुश्किल तुरा दिल शबद। गर तुरा जा दे खुदा हासिल शबद, हल्ले हर मुश्किल तुरा दिल शबद। आ खुदा बंदे ज़मीनो आसमां, जिंदगी बख्शे वजूदे इंसो जां। खाक राश तूती आए चश्मे मस्त, आबरू अफजाए हर शाहो गदास्त। सो कहो टल गुर सेविया है, एहनस सहज सुबाई। दर्शन परसिए गुरु के, जन्म मरण दुख जाए। सज्जन सच्चा बात साहो, सिर साहंद साहो। जिस पास बैठिया सोही है, सबना दा विसाहो। सतनाम श्री वाहिगुरु साहिब जी। टोडी महला पंजवा। साध संग हर हर नाम चितारा, सहज आनंद होवा दिन राती। अंकुर भलो हमारा, साध संग हर हर नाम चितारा। सहज आनंद होवा दिन राती। अंकुर भलो हमारा, रहाओ गुरपुरा भेटो बड़ भागी। जाको अंत न पारा वारा, कर गह काढ़ लियो जाने अपना। भिख सागर संसारा, जन्म मरण काटे गुर बचनी। बहुड़ न संकट दुआरा, नानक शरण गाही स्वामी की। पुनः पुनः नमस्कारा, जन्म मरण काटे गुर बचनी। बहुड़ न संकट दुआरा, नानक शरण गाही स्वामी की।
ਪੁਨః ਪੁਨః ਨਮਸਕਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਤਿਨਾਂ ਦੀ ਮਹਾਨ ਕਿਰਪਾ ਦੇ ਨਾਲ ਅੱਜ ਆਪਾਂ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਦੀ ਸੰਗਤ ਕਰਨ ਦਾ ਸੁਭਾਗਿਆ ਸਮਾਂ, ਸੁਭਾਗਿਆ ਆਨੰਦ ਮਾਣ ਰਹੇ ਹਾਂ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਹਰ ਰੋਜ਼ ਕਿਰਪਾ ਕਰਕੇ ਪਾਵਨ ਮੁਖਵਾਕ ਬਖਸ਼ਿਸ਼ ਕਰਦੇ ਨੇ ਤੇ ਆਪ ਗੁਰੂ ਕੇ ਸਿੱਖ ਸੰਗਤਾਂ ਹਰ ਰੋਜ਼ ਗੁਰਦੁਆਰਾ ਮੰਜੀ ਸਾਹਿਬ ਵਿਖੇ ਬੈਠ ਕਰਕੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਮੁਖਵਾਕ ਦੀ ਕਥਾ ਸਰਵਨ ਕਰ ਲਾਹੇ ਪ੍ਰਾਪਤ ਕਰਦੀਆਂ ਜੀ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਸ ਵਕਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ ਦੇ ਉੱਪਰ ਗਏ ਤਾਂ ਉੱਥੋਂ ਦੇ ਕੁਝ ਪੁਰਾਣੇ ਗੁਰੂ ਕੇ ਸਿੱਖ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਦੀ ਸੰਗਤ ਪ੍ਰਾਪਤ ਹੋਈ ਸੀ, ਉਹ ਮਹਾਰਾਜ ਕਲਗੀਧਰ ਜੀ ਦੇ ਦਰਸ਼ਨਾਂ ਨੂੰ ਚੱਲ ਕਰਕੇ ਆਏ ਤੇ ਸੱਚੇ ਪਾਤਸ਼ਾਹ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨਾਨਕ ਝੀਰੇ ਦੀ ਤਰਫ ਨੂੰ ਚੱਲ ਕਰਕੇ ਆਏ। ਸਾਡੇ ਪੁਰਜਨਾਂ ਬਜ਼ੁਰਗਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ। ਵੱਡਿਆਂ ਵਡੇਰਿਆਂ ਤੋਂ ਅਸਾਂ ਨੇ ਸੁਣਿਆ ਸੀ ਵੀ ਜਾਹਰ ਪੀਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਹੋਏ ਨੇ। ਗੁਰੂ ਨਾਨਕ ਸਾਹਿਬ ਜੀ ਤੋਂ ਅੱਗੇ ਕੌਣ ਗੁਰਤਾ ਗੱਦੀ ਤੇ ਬੈਠਾ ਸਾਨੂੰ ਨਹੀਂ ਪਤਾ। ਅਸਾਂ ਤੇ ਗੁਰੂ ਨਾਨਕ ਸਾਹਿਬ ਦਾ ਜਸ ਸੁਣਿਆ ਸੀ ਤੇ ਤੁਹਾਡਾ ਦਰਸ਼ਨ ਕੀਤਾ ਹੈ। ਕਿਰਪਾ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਜਿਹੜੇ ਸ਼ੁਭਾਇਮਾਨ ਹੋਏ ਉਹਨਾਂ ਦਾ ਗੁਰਗਾਦੀ ਨਾਮਾ ਸੁਣਾਓ। ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਿਰਪਾ ਦੇ ਘਰ ਵਿੱਚ ਆਏ ਤੇ ਮਹਾਰਾਜ ਸਾਹਿਬ ਜੀ ਨੇ ਗੁਰਗੱਦੀ ਨਾਮਾ ਸੁਣਾਇਆ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਤੱਕ ਨਾਮ ਲਏ। ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਸਵਈਏ ਉਚਾਰੀ। ਜਦੋਂ ਗੁਰੂ ਰਾਮਦਾਸ ਸਾਹਿਬ ਜੀ ਦੀ ਵਾਰੀ ਆਈ ਤੇ ਕਲਗੀਧਰ ਪਾਤਸ਼ਾਹ ਜੀ ਪਿਆਰ ਵਿੱਚ ਭਿੱਜ ਗਏ ਤੇ ਮਹਾਰਾਜ ਸਾਹਿਬ ਜੀ ਨੇ ਬਚਨ ਕਿਹਾ, ਗੁਰੂ ਰਾਮਦਾਸ ਅਚਲ ਅਮਰ ਪਦ ਸੁਦਾ ਸਰੋਵਰ ਰੂਪ ਸੁਧਾਰੀ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਉਹ ਅਚਲ ਪਦਵੀ ਤੇ ਬੈਠੇ ਨੇ। ਦੁਨੀਆ ਦੇ ਤਖਤ ਗੁਰੂ ਖਾਲਸਾ ਜੀ ਮਿਟ ਸਕਦੇ ਨੇ, ਅਕਾਲ ਦਾ ਤਖਤ ਤੇ ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਘਰ ਨਹੀਂ ਮਿਟ ਸਕਦਾ। ਇਹ ਅਚਲ ਹੈ। ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਸੱਚਖੰਡ ਜਾਣ ਲੱਗੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਕੋਲ ਬੁਲਾਇਆ ਤੇ ਕਹਿਣ ਲੱਗੇ, ਪੁੱਤਰ ਤੈਨੂੰ ਦੋ ਹੁਕਮ ਹੈ। ਇੱਕ ਤੇ ਵੱਡੇ ਸਤਿਗੁਰਾਂ ਦੀ ਗੁਰਬਾਣੀ ਇਕੱਠੀ ਕਰਕੇ ਗੁਰਬਾਣੀ ਦਾ ਜਹਾਜ਼ ਤਿਆਰ ਕਰਿਓ। ਇੱਕ ਜਿਹੜਾ ਅਸੀਂ ਅੰਮ੍ਰਿਤ ਦਾ ਸਰੋਵਰ ਲਾ ਚੱਲੇ ਐ, ਇਹਦੀ ਸੇਵਾ ਸੰਪੂਰਨ ਕਰਿਓ। ਤੇ ਗੁਰੂ ਅਰਜਨ ਦੇਵ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਇਹ ਸੇਵਾ ਕਿਵੇਂ ਕਰਨੀ ਹੈ? ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿਣ ਲੱਗੇ, ਜਿਵੇਂ ਇੱਕ ਪੁੱਤ ਆਪਣੇ ਬਾਪ ਦੀ ਸੇਵਾ ਕਰਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ, ਇਹਨੂੰ ਸਰੋਵਰ ਨਾ ਜਾਣਿਓ। ਗੁਰੂ ਅਰਜਨ ਦੇਵ ਜੀ ਨੂੰ ਕਹਿਣ ਲੱਗੇ, ਇਹਨੂੰ ਸਾਡਾ ਹੀ ਰੂਪ ਕਰਕੇ ਜਾਣਿਓ। ਮਹਾਰਾਜ ਕਲਗੀਧਰ ਜੀ ਨੇ ਬਚਨ ਲਿਖੇ ਨੇ, ਸੁਦਾ ਸਰੋਵਰ ਰੂਪ ਸੁਧਾਰੇ।
ਗੁਰੂ ਰਾਮਦਾਸ ਸਾਹਿਬ ਜੀ ਨੇ ਇਹ ਅੰਮ੍ਰਿਤ ਸਰੋਵਰ ਆਪਣਾ ਹੀ ਸਰੂਪ ਦੁਨੀਆ ਦੇ ਉੱਪਰ ਤਿਆਰ ਕੀਤਾ ਹੈ। ਜਿਹੜੇ ਭਾਵਨਾ ਦੇ ਨਾਲ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਇਹ ਸਰੋਵਰ ਵਿੱਚ ਇਸ਼ਨਾਨ ਕਰਦੇ ਨੇ, ਉਹ ਸਮਝਦੇ ਨੇ ਕਿ ਅਸੀਂ ਬਾਪੂ ਗੁਰੂ ਰਾਮਦਾਸ ਸਾਹਿਬ ਦੀ ਬੁੱਕਲ ਵਿੱਚ ਬੈਠ ਕੇ ਆਨੰਦ ਮਾਣਿਆ ਹੈ। ਇਹ ਉਹਨਾਂ ਗੁਰੂ ਕੇ ਸਿੱਖਾਂ ਦੀ ਭਾਵਨਾ ਹੈ। ਐਸੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ। ਮਹਾਰਾਜ ਸਾਹਿਬ ਜੀ ਹਰ ਰੋਜ਼ ਪਾਵਨ ਮੁਖਵਾਕ ਬਖਸ਼ ਕੇ ਨਿਹਾਲ ਕਰਤਾਰਥ ਕਰਦੇ ਨੇ। ਅੱਜ ਦੇ ਮੁਖਵਾਕ ਵਿੱਚ ਮਹਾਰਾਜ ਸਾਹਿਬ ਜੀ ਨੇ ਗੁਰ ਸੰਗਤ ਦਾ ਮਹਾਤਮ ਦੱਸਿਆ ਹੈ। ਸਤ ਸੰਗਤ ਕਹਿ ਲਓ, ਗੁਰ ਸੰਗਤ ਕਹਿ ਲਓ, ਸਾਧ ਸੰਗਤ ਕਹਿ ਲਓ, ਇੱਕ ਹੀ ਮਹਿਨੇ ਨੂੰ ਰੱਖਣ ਵਾਲੇ ਪਰਿਆਇਵਾਚੀ ਸ਼ਬਦ ਨੇ। ਸਤ ਦਾ ਅਰਥ ਹੁੰਦਾ ਹੈ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੋ ਸਤ ਸਰੂਪ ਹੈ। ਉਹਦੀ ਯਾਦ ਵਿੱਚ ਗੁਰਸਿੱਖਾਂ ਨੇ ਮਿਲ ਕੇ ਬੈਠਣਾ। ਜਿਸ ਬੈਠਕ ਦੇ ਨਾਲ ਸੰਗ ਭਲੀ ਪ੍ਰਕਾਰ ਗਤ ਮੋਕਸ਼ ਦਾ ਦਰਵਾਜ਼ਾ ਪ੍ਰਾਪਤ ਹੋਵੇ, ਉਹਨੂੰ ਸਤ ਸੰਗਤ ਕਹਿੰਦੇ ਨੇ। ਇਸੇ ਤਰ੍ਹਾਂ ਸਾਧ ਨਾਮ ਸਾਧਨ ਦਾ ਹੈ, ਸਾਧ ਨਾਮ ਸਾਧੂਆਂ ਦਾ ਵੀ ਹੈ। ਸਾਧੂਆਂ ਦੇ ਕੋਲ ਬੈਠ ਕੇ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਵਿੱਚ ਨਗਮੇ ਗਾਉਣੇ, ਜਿਹਦੇ ਨਾਲ ਸੰਗ ਭਲੀ ਪ੍ਰਕਾਰ ਗਤ ਮੋਕਸ਼ ਦਾ ਦਰਵਾਜ਼ਾ ਪ੍ਰਾਪਤ ਹੋਵੇ, ਉਹਨੂੰ ਸਾਧ ਸੰਗਤ ਕਹਿੰਦੇ ਨੇ। ਗੁਰ ਸੰਗਤ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਅਕਾਲ ਪੁਰਖ ਦੇ ਸੋਹਲੇ ਗਾਉਣੇ। ਇਹ ਸੋਹਲੇ ਗਾਉਣ ਦੇ ਨਾਲ ਸੰਗ ਭਲੀ ਪ੍ਰਕਾਰ ਗਤ ਮੁਕਤੀ ਦਾ ਦਰਵਾਜ਼ਾ ਪ੍ਰਾਪਤ ਹੁੰਦਾ ਹੈ। ਇਹ ਗੁਰ ਸੰਗਤ ਹੈ। ਮਹਾਰਾਜ ਸਾਹਿਬ ਜੀ ਨੇ ਅੱਜ ਦੇ ਮੁਖਵਾਕ ਵਿੱਚ ਗੁਰ ਸੰਗਤ ਦੀ ਮਹਾਨਤਾ ਦਰਸਾਈ ਹੈ। ਜਿਹੜੇ ਗੁਰ ਸੰਗਤ ਵਿੱਚ ਜਾ ਕੇ ਬੈਠਦੇ ਨੇ ਉਹਨਾਂ ਨੂੰ ਕੀ ਪ੍ਰਾਪਤ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੰਗਤ ਲਈ ਭੀੜ ਦੀ ਲੋੜ ਕੋਈ ਨਹੀਂ। ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇੱਕ ਸਿੱਖ ਤੇ ਦੋ ਜਾਣੇ ਬੈਠ ਕੇ ਰੱਬ ਦੀ ਵਿਚਾਰ ਕਰਨ ਤੇ ਉਹ ਸਤ ਸੰਗਤ ਬਣ ਜਾਂਦੀ ਹੈ। ਪੰਜ ਗੁਰੂ ਕੇ ਸਿੱਖ ਖਲੋ ਜਾਣ ਤੇ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਬਣ ਜਾਂਦਾ ਹੈ। ਅੱਜ ਮਹਾਰਾਜ ਸਾਹਿਬ ਜੀ ਗੁਰ ਸੰਗਤ ਦੀ ਮਹਾਨਤਾ ਵਿੱਚ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਪਏ ਨੇ। ਕਰੀਏ ਮਨ ਦੀਆਂ ਵਿਰਤੀਆਂ ਨੂੰ ਇਕਾਗਰ ਚਿਤ, ਆਪਣੇ ਮੁਖ ਤੋਂ ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਟੋਡੀ ਰਾਗਨੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਕੇ ਪਾਵਨ ਉਪਦੇਸ਼ ਬਖਸ਼ਦੇ ਨੇ। ਮਹੱਲਾ ਗੁਰੂ ਖਾਲਸਾ ਜੀ ਅਰਬੀ ਬੋਲੀ ਦਾ ਸ਼ਬਦ ਹੈ, ਜਿਹਦਾ ਅਰਥ ਹੁੰਦਾ ਹੈ ਉਤਰਨਾ। ਕੋਈ ਚੀਜ਼ ਨਾਜ਼ਲ ਹੋਣੀ, ਕੋਈ ਆਕਾਸ਼ਵਾਣੀ ਹੋਣੀ, ਉਹਨੂੰ ਮਹੱਲਾ ਕਹਿੰਦੇ ਨੇ। ਇਹ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਧੁਰ ਦਰਗਾਹ ਤੋਂ ਇਹ ਗੁਰਬਾਣੀ ਚੱਲ ਕਰਕੇ ਆਈ ਹੈ ਤੇ ਸੱਚੇ ਪਾਤਸ਼ਾਹ ਨੇ ਮਹੱਲਾ ਪਦ ਲਿਖਿਆ ਹੈ। ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਮਹੱਲਾ ਨੂੰ ਮਹੱਲ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਮੰਨਿਆ ਹੈ। ਮਹੱਲ ਦਾ ਅਰਥ ਹੁੰਦਾ ਇਹ ਘਰ। ਜਿਵੇਂ ਪੁਰਾਣੇ ਬਜ਼ੁਰਗ ਕਹਿ ਦਿੰਦੇ ਹੁੰਦੇ ਸਨ ਫਲਾਣੇ ਦੇ ਮਹੱਲ ਬੜੇ ਸੋਹਣੇ ਐ, ਤੇ ਘਰ ਤੋਂ ਅਰਥ ਲੈਂਦੇ ਨੇ ਦੇਹ ਰੂਪੀ ਘਰ। ਪੰਜਵੇਂ ਪਾਤਸ਼ਾਹ ਜੀ ਮਹੱਲਾ ਪੰਜਵਾਂ ਗੁਰੂ ਨਾਨਕ ਸਾਹਿਬ ਜੀ ਦਾ ਪੰਜਵਾਂ ਜਿਸਮਾਨੀ ਸਰੀਰ, ਉਸ ਸਰੀਰ ਦੇ ਰਾਹੀਂ ਇਹ ਮੁਖਵਾਕ ਉਚਾਰਨ ਹੋਇਆ ਹੈ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਅਰਥ ਕੀਤੇ ਨੇ। ਸੰਪਰਦਾਵਾਂ ਵਿੱਚ ਮਹੱਲੇ ਸ਼ਬਦ ਦਾ ਅਰਥ ਕਰਦੇ ਨੇ ਉਤਰਨਾ, ਉਤਰਨ ਦੀ ਥਾਂ। ਇਹ ਸ਼ਬਦ ਪੰਜਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਨਾਜ਼ਿਲ ਹੋਇਆ ਹੈ। ਧੁਰ ਦਰਗਾਹ ਤੋਂ ਇਹ ਗੁਰਬਾਣੀ ਆਈ ਹੈ।
ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਹਨ। ਸਾਧ ਸੰਗ ਹਰ ਹਰ ਨਾਮ ਚਿਤਾਰਾ। ਮਹਾਰਾਜ ਕਹਿੰਦੇ ਨੇ ਜਿਹੜਾ ਗੁਰੂ ਕਾ ਸਿੱਖ ਸਾਧ ਸੰਗਤ ਵਿੱਚ ਜਾਂਦਾ ਏ ਤੇ ਹਰੀ ਦਾ ਨਾਮ ਉੱਥੇ ਜਾ ਕਰਕੇ ਜਪਦਾ ਏ। ਚਿਤਾਰਾ ਨਾਮ ਚੇਤੇ ਕਰਨ ਦਾ ਏ, ਜਪਣ ਦਾ ਏ। ਹਰ ਹਰ ਦਾ ਅਰਥ ਹੈ ਜੋ ਹਰੇ ਭਰੇ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ। ਸੰਪਰਦਾਈ ਵਿਦਵਾਨ ਹਰ ਹਰ ਦਾ ਅਰਥ ਵਾਹਿਗੁਰੂ ਵੀ ਕਰ ਲੈਂਦੇ ਨੇ। ਸਾਧ ਸੰਗਤ ਦੇ ਵਿੱਚ ਜਾ ਕਰਕੇ ਜਿਹੜਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਦਾ ਏ, ਨਾਮ ਨੂੰ ਚੇਤੇ ਕਰਦਾ ਏ। ਕਿਉਂਕਿ ਜਿੱਥੇ ਵੀ ਸਾਧੂ ਦੀ ਸੰਗਤ ਹੈ ਉੱਥੇ ਨਾਮ ਤੋਂ ਬਿਨਾਂ ਦੂਜੀ ਗੱਲ ਨਹੀਂ ਪ੍ਰਾਪਤ ਹੋਵੇਗੀ, ਉੱਥੇ ਨਾਮ ਹੀ ਪ੍ਰਾਪਤ ਹੋਵੇਗਾ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਹਨਾਂ ਦੀ ਸੰਗਤ ਦੇ ਸ਼ਿੰਗਾਰ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬਹਾਦਰ ਸ਼ਾਹ ਮੁਅੱਜ਼ਮ ਦੀ ਨੌਕਰੀ ਕਰਦੇ ਤੇ ਔਰੰਗਜ਼ੇਬ ਬਾਦਸ਼ਾਹ ਨੇ ਫਤਵਾ ਜਾਰੀ ਕੀਤਾ, ਨੰਦ ਲਾਲਾ ਜਾਂ ਮੁਸਲਮਾਨ ਬਣ ਜਾ ਤੇ ਜਾਂ ਮਰਨ ਨੂੰ ਤਿਆਰ ਹੋ ਜਾ। ਬਹਾਦਰ ਸ਼ਾਹ ਨੇ ਦੱਸਿਆ, ਨੰਦ ਲਾਲ ਤੂੰ ਮੇਰਾ ਮੁਰਸ਼ਿਦ ਹੈ ਤੇ ਮੇਰਾ ਪਿਓ ਬੜਾ ਜ਼ਾਲਮ ਹੈ, ਜਿੱਥੇ ਮਰਜੀ ਚਲਿਆ ਜਾ, ਮੇਰੇ ਪਿਓ ਦੀਆਂ ਬਾਹਾਂ ਬੜੀਆਂ ਲੰਮੀਆਂ ਹੀ, ਤੈਨੂੰ ਫੜ ਕੇ ਮਾਰ ਦੇਣਾ ਹੀ। ਦੁਨੀਆ ਵਿੱਚ ਇੱਕੋ ਹੀ ਥਾਂ ਹੈ ਜਿੱਥੇ ਮੇਰੇ ਬਾਪ ਦੀਆਂ ਬਾਹਾਂ ਨਹੀਂ ਉਪੜਦੀਆਂ, ਉਹ ਥਾਂ ਹੈ ਨੰਦਾਂ ਦੀ ਪੁਰੀ ਵਿੱਚ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਕਮਲ। ਜਾ ਉੱਥੇ ਚਲਿਆ ਜਾ, ਮੇਰੇ ਬਾਪ ਦੀਆਂ ਬਾਹਾਂ ਉੱਥੋਂ ਤੱਕ ਨਹੀਂ ਉਪੜਦੀਆਂ। ਭਾਈ ਨੰਦ ਲਾਲ ਸਾਹਿਬ ਜੀ ਨੇ ਆਗਰੇ ਤੋਂ ਚਾਲਾ ਪਾਇਆ ਤੇ ਨਾਲ ਉਹਨਾਂ ਦਾ ਮਿੱਤਰ ਸੀ ਗਿਆਸੁਦੀਨ, ਇੱਕ ਮੌਲਵੀ, ਤੇ ਇੱਕ ਬੰਨੇ ਭਾਈ ਨੰਦ ਲਾਲ ਸਾਹਿਬ ਜੀ ਦੇ ਨਾਲ ਜਨਾਨਾ ਵੀ ਸੀ। ਨਾਲ ਤੁਰ ਪਿਆ ਤੇ ਚਾਹੁੰਦਾ ਏ ਵੀ ਕਿਵੇਂ ਨਾ ਕਿਵੇਂ ਨੰਦ ਲਾਲ ਸਾਹਿਬ ਨੂੰ ਮੈਂ ਹੋੜ ਕੇ ਮੋੜ ਕੇ ਆਗਰੇ ਲੈ ਆਵਾਂ, ਇਹ ਆਪਣੀ ਨੌਕਰੀ ਆਪਣਾ ਅਹੁਦਾ ਨਿਭਾਉਣ ਤੇ ਮੇਰਾ ਜਰਾਨਾ ਨਿਭਦਾ ਜਾਵੇ। ਰਸਤੇ ਵਿੱਚ ਕਹਿਣ ਲੱਗਾ, ਨੰਦ ਲਾਲ ਬਹਾਦਰ ਸ਼ਾਹ ਮੁਅੱਜ਼ਮ ਦੇ ਘਰ ਤੂੰ ਵਜ਼ੀਰੇ ਆਜਮ ਸਾਂ, ਤੇਰੇ ਪੈਰਾਂ ਵਿੱਚ ਸੋਨੇ ਦੀਆਂ ਮੋਹਰਾਂ ਰੁਲਦੀਆਂ ਫਿਰਦੀਆਂ ਸਨ, ਚਾਂਦੀ ਦੇ ਸਿੱਕੇ ਤੂੰ ਆਪਣੇ ਹੱਥਾਂ ਨਾਲ ਵੰਡਦਾ ਸਾਂ, ਤੇਰੇ ਦਸਤਖਤ ਸ਼ਾਹੀ ਪਰਵਾਨਿਆਂ ਦਾ ਸ਼ਿੰਗਾਰ ਹੁੰਦੇ ਸਨ। ਅੱਜ ਤੂੰ ਸ਼ਾਹੀ ਪਰਵਾਨਿਆਂ ਨੂੰ ਛੱਡ ਕੇ, ਅੱਜ ਸੋਨੇ ਦੀਆਂ ਮੋਹਰਾਂ ਨੂੰ ਛੱਡ ਕੇ ਇੱਕ ਫਕਰ ਗੁਰੂ ਗੋਬਿੰਦ ਸਿੰਘ ਦੀ ਸ਼ਰਨ ਵਿੱਚ ਚੱਲਿਆ ਏ। ਉਹ ਫਕੀਰ ਦੀ ਹਜ਼ੂਰੀ ਵਿੱਚ ਤੈਨੂੰ ਬਾਦਸ਼ਾਹੀ ਵਾਲੀਆਂ ਮੌਜਾਂ ਨਹੀਂ ਲੱਭਣੀਆਂ, ਉਹਦੀ ਸੰਗਤ ਵਿੱਚੋਂ ਤੂੰ ਕੀ ਕੱਟਣਾ ਏ। ਭਾਈ ਨੰਦ ਲਾਲ ਸਾਹਿਬ ਜੀ ਕਹਿਣ ਲੱਗੇ, ਭਲਿਆ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸ਼ਰਨ ਵਿੱਚੋਂ ਜੋ ਮੈਨੂੰ ਲੱਭਣਾ ਏ ਉਹ ਮੈਨੂੰ ਪਤਾ ਏ ਵੀ ਸਾਧੂਆਂ ਦੀ ਸੰਗਤ ਵਿੱਚੋਂ ਮਰਦਾਨੇ ਹੱਕਾਂ ਦੀ ਸੁਹਬਤ ਦੇ ਵਿੱਚੋਂ ਜੋ ਕੁਝ ਪ੍ਰਾਪਤ ਹੁੰਦਾ ਏ ਉਹਦਾ ਮੈਨੂੰ ਅੰਦਾਜ਼ਾ ਏ। ਨੰਦ ਲਾਲ ਨੇ ਇੱਕ ਕੌਲ ਪੜ੍ਹਿਆ ਜੋ ਉਹਨਾਂ ਦੇ ਗ੍ਰੰਥ ਜ਼ਿੰਦਗੀ ਨਾਮੇ ਵਿੱਚ ਦਰਜ ਹੈ, ਸੁਹਬਤੇ ਨੇਕਾਂ ਅਗਰ ਬਾਸ਼ਦ ਨਸੀਬ, ਦੌਲਤੇ ਜਾਵੇਦ ਜਾਬੀ ਐ ਹਬੀਬ, ਦੌਲਤੇ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ, ਕੁਨ ਬੰਦਗੀ। ਕਹਿੰਦੇ ਜੇ ਕਿਤੇ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਜਵੇ ਨਾ, ਉਥੋਂ ਇੱਕ ਦੌਲਤ ਪ੍ਰਾਪਤ ਹੁੰਦੀ ਹੈ ਜੋ ਚਿਰੰਜੀਵੀ ਹੁੰਦੀ ਹੈ, ਹਮੇਸ਼ਾ ਰਹਿਣ ਵਾਲੀ ਹੁੰਦੀ ਹੈ। ਪੰਜਾਬੀ ਵਿੱਚ ਕਵਾਂ ਜੋ ਸदैਵੀ ਹੁੰਦੀ ਹੈ। ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਸੋਨੇ ਦੀਆਂ ਮੋਹਰਾਂ ਵੀ ਗਲਦੀਆਂ ਵੇਖੀਆਂ ਜੀ, ਚਾਂਦੀ ਦੇ ਸਿੱਕੇ ਵੀ ਘਸਦੇ ਵੇਖੇ ਜੇ, ਸ਼ਾਹੀ ਪਰਵਾਨੇ ਵੀ ਪਾਟਦੇ ਵੇਖੇ ਜੇ। ਸਾਧੂਆਂ ਦੀ ਸੰਗਤ ਵਿੱਚੋਂ ਜਿਹੜੀ ਦੌਲਤ ਪ੍ਰਾਪਤ ਹੁੰਦੀ ਹੈ ਉਹ ਦੌਲਤ ਨਾ ਘਸਦੀ ਜੇ, ਨਾ ਗਲਦੀ ਜੇ ਤੇ ਨਾ ਉਹ ਪਾਟਦੀ ਜੇ। ਗਿਆਸੁਦੀਨ ਨੇ ਕੰਨ ਦੇ ਕੇ ਭਾਈ ਨੰਦ ਲਾਲ ਸਾਹਿਬ ਜੀ ਦੇ ਬੋਲ ਸੁਣੇ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ,
ਨੰਦ ਲਾਲ ਸਾਹਿਬ ਜੀ ਉਹ ਕਿਹੜੀ ਦੌਲਤ ਹੈ? ਤੇ ਨੰਦ ਲਾਲ ਕਹਿਣ ਲੱਗੇ, ਦੌਲਤੇ ਜਾਵੇਦ ਬਾਸ਼ਿਦ ਬੰਦਗੀ। ਬਾਸ਼ਿਦ ਦਾ ਮਹਿਨਾ ਹੁੰਦੀ ਹੈ, ਜਾਵੇਦ ਮੈਨੇ ਹਮੇਸ਼ਾ ਰਹਿਣ ਵਾਲੀ। ਹਮੇਸ਼ਾ ਰਹਿਣ ਵਾਲੀ ਦੌਲਤ ਪਰਮੇਸ਼ਰ ਦੀ ਬੰਦਗੀ ਹੁੰਦੀ ਹੈ। ਇਹ ਅਖੁੱਟ ਧਨ ਹੈ, ਕਦੇ ਨਖੁੱਟਦਾ ਨਹੀਂ। ਇਹਨੂੰ ਚੋਰ ਸੰਨ ਲਾ ਕੇ ਚੋਰੀ ਨਹੀਂ ਜੇ ਕਰ ਸਕਦੇ। ਇਹ ਧਨ ਸੋਨੇ ਦੀਆਂ ਮੋਹਰਾਂ ਵਾਂਗੂ ਗਲਣਾ ਨਹੀਂ ਜੇ, ਚਾਂਦੀ ਦੀਆਂ ਸਿੱਕਿਆਂ ਵਾਂਗੂ ਘਸਣਾ ਨਹੀਂ ਜੇ, ਸ਼ਾਹੀ ਪਰਵਾਨਿਆਂ ਵਾਂਗੂ ਇਹ ਪਟਣਾ ਨਹੀਂ ਜੇ। ਇਹ ਧਨ ਹਮੇਸ਼ਾ ਰਹਿਣਾ ਹੈ। ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਦੌਲਤੇ ਜਾਵੇਦ ਬਾਸ਼ਿਦ ਬੰਦਗੀ। ਬੰਦਗੀ ਕੁਨ ਬੰਦਗੀ, ਕੁਨ ਬੰਦਗੀ। ਉਹ ਗਿਆਸੁਦੀਨਾ ਬੰਦਗੀ ਕਰ, ਬੰਦਗੀ ਕਰ, ਬੰਦਗੀ ਕਰ। ਇਹ ਹਮੇਸ਼ਾ ਰਹਿਣ ਵਾਲਾ ਧਨ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੁੱਖਾਂ ਦੀ ਮਣੀ ਸੁਖਮਣੀ ਸਾਹਿਬ ਦੇ ਵਿੱਚ ਬਚਨ ਕੀਤੇ ਨੇ, ਜਹ ਮੁਸਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਜਿੱਥੇ ਦੁਨੀਆ ਦੇ ਦਰਵਾਜ਼ੇ ਬੰਦ ਹੋ ਜਾਣ, ਕੋਈ ਬਾਹ ਨਾ ਫੜਨ ਵਾਲਾ ਹੋਵੇ, ਬੰਦਾ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਦਰਵਾਜ਼ੇ ਗਾੜੀ ਬਹਿ ਕੇ ਉਹਦਾ ਜਸ ਕਰੇ, ਉਹਦੀ ਯਾਦ ਵਿੱਚ ਬੈਠੇ। ਪਰਮੇਸ਼ਰ ਦੀ ਯਾਦ ਵੱਡੀਆਂ ਤੋਂ ਵੱਡੀਆਂ ਮੁਸ਼ਕਲਾਂ ਤੋਂ ਬੰਦੇ ਨੂੰ ਬਚਾ ਲੈਂਦੀਆਂ ਨੇ। ਭਾਈ ਨੰਦ ਲਾਲ ਸਾਹਿਬ ਜੀ ਇੱਕ ਵਾਰੀ ਆਨੰਦਪੁਰ ਸਾਹਿਬ ਦੇ ਵਿੱਚ ਬਰਤਨ ਮਾਂਜਦੇ ਪਏ ਸਨ। ਬਰਤਨਾਂ ਦੀ ਸੇਵਾ ਕਰਦਿਆਂ ਕਰਦਿਆਂ ਮੁਖੋਂ ਉਚਾਰਨ ਕਰਦੇ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ। ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਤੁਹਾਡਾ ਨੂਰਾਨੀ ਚਿਹਰਾ ਅੱਜ ਮੈਨੂੰ ਸ਼ਾਹੂਕਾਰਾਂ ਵਿੱਚੋਂ ਵੀ ਦੀਦਾ ਜੀ। ਅੱਜ ਤੁਹਾਡੇ ਪਾਕੇ ਦੀਦਾਰ ਮੈਨੂੰ ਕੰਗਾਲਾਂ ਵਿੱਚੋਂ ਵੀ ਹੁੰਦੇ ਪਏ ਨੇ। ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਜਿਹਦਾ ਜਹਾਨ ਵਿੱਚ ਕੋਈ ਨਹੀਂ, ਉਹਦੀ ਤੁਸੀਂ ਬਾਂਹ ਫੜਦੇ ਹੋ। ਨੰਦ ਲਾਲ ਨੂੰ ਕਲਗੀਧਰ ਪਾਤਸ਼ਾਹ ਜੀ ਦੀ ਸ਼ੋਭਾ ਕਰਦਿਆਂ ਵੇਖ ਕੇ ਇੱਕ ਮੇਰੇ ਵਰਗਾ ਸਿੱਧਾ ਸਾਦਾ ਸਿੱਖ ਦੁੱਖਾਂ ਦਾ ਮਾਰਿਆ ਭਾਈ ਨੰਦ ਲਾਲ ਸਾਹਿਬ ਜੀ ਦੇ ਕੋਲ ਜਾਂਦਾ ਏ। ਹੱਥ ਜੋੜ ਕੇ ਕਹਿੰਦਾ, ਭਾਈ ਨੰਦ ਲਾਲ ਸਾਹਿਬ ਜੀ ਦੁੱਖ ਬੜੇ ਨੇ, ਮੁਸ਼ਕਲਾਂ ਬੜੀਆਂ ਨੇ। ਜੀਂਦੀ ਜਾਨ ਨੂੰ ਦੁੱਖਾਂ ਤੋਂ ਮੁਸ਼ਕਲਾਂ ਤੋਂ ਆਜ਼ਾਦੀ ਨਹੀਂ ਮਿਲਦੀ। ਨੰਦ ਲਾਲ ਜੀ ਤੁਸੀਂ ਦੁਨੀਆ ਦੇ ਦਾਰਸ਼ਨਿਕ ਜੋ, ਦੁਨੀਆ ਦੇ ਵੱਡੇ ਵੱਡੇ ਸੰਤ ਔਲੀਏ ਫਕੀਰ ਮੁਲਤਾਨ ਦੀਆਂ ਗਲੀਆਂ ਵਿੱਚ ਤੁਸਾਂ ਨੇ ਦੇਖੇ, ਗਜ਼ਨੀ ਦੇ ਬਾਜ਼ਾਰਾਂ ਵਿੱਚ ਤੁਸਾਂ ਨੇ ਸੰਤਾਂ ਦੇ ਦਰਸ਼ਨ ਕੀਤੇ ਨੇ। ਮੁਲਤਾਨ ਸੰਤਾਂ ਫਕੀਰਾਂ ਦੀ ਧਰਤੀ ਕਹੀ ਜਾਂਦੀ ਹੈ। ਉੱਥੋਂ ਤੁਸੀਂ ਸੰਤਾਂ ਕੋਲੋਂ ਨੁਕਤੇ ਸੁਨੇ ਨੇ, ਉਹਨਾਂ ਦੇ ਸ੍ਰੇਸ਼ਟ ਬਚਨ ਸੁਨੇ ਨੇ। ਐਸਾ ਵੀ ਕੋਈ ਨੁਕਤਾ ਸੁਣਿਆ ਜੇ ਜਿਸ ਨੁਕਤੇ ਨੂੰ ਅਜਮਾ ਕੇ ਦੁੱਖਾਂ ਤੋਂ ਮੁਸ਼ਕਲਾਂ ਤੋਂ ਨਜ਼ਾਤ ਪਾਈ ਜਾਵੇ? ਭਾਈ ਨੰਦ ਲਾਲ ਸਾਹਿਬ ਜੀ ਮੁਸਕਰਾਏ, ਕਹਿਣ ਲੱਗੇ, ਇੱਕ ਨੁਕਤਾ ਹੈ। ਜੇ ਕਲਗੀਧਰ ਪਾਤਸ਼ਾਹ ਦੀ ਸ਼ਰਨ ਵਿੱਚ ਜਾਓ ਤੇ ਉਹ ਨੁਕਤਾ ਤਾਂ ਕੰਮ ਕਰਦਾ ਏ। ਉਹ ਗੁਰੂ ਕੇ ਸਿੱਖ ਨੇ ਹੱਥ ਜੋੜੇ, ਕਹਿਣ ਲੱਗਾ, ਮੈਂ ਕਲਗੀਧਰ ਪਾਤਸ਼ਾਹ ਦੀ ਸੰਗਤ ਲੰਮੇ ਸਮੇਂ ਤੋਂ ਕਰਦਾ ਆਉਣਾ ਏ, ਨਾ ਮੈਨੂੰ ਉਹ ਨੁਕਤਾ ਲੱਭਾ ਤੇ ਨਾ ਉਸ ਨੁਕਤੇ ਨੇ ਕੰਮ ਕੀਤਾ। ਕਈ ਵਾਰ ਏਦਾਂ ਹੁੰਦਾ ਏ ਵੀ ਚੀਜ਼ ਨੂੰ ਪ੍ਰਾਪਤ ਕਰਕੇ ਵੀ ਬੰਦਾ ਪ੍ਰਾਪਤ ਨਹੀਂ ਕਰ ਪਾਉਂਦਾ। वेदांत ਦੇ ਗ੍ਰੰਥਾਂ ਵਿੱਚ ਲਿਖਿਆ, ਕੰਠ ਭੂਸ਼ਣ ਕੀ ਨਿਆਈ, ब्रह्म की प्राप्त की प्राप्ति है। ਗਲੇ ਵਿੱਚ ਕਿਸੇ ਨੇ ਕੈਂਠਾ ਪਾਇਆ ਹੋਵੇ ਤੇ ਸਰਦੀ ਦੇ ਜ਼ਿਆਦੇ ਲੀੜੇ ਪਾਏ ਹੋਣ ਤੇ ਕੈਂਠਾ ਗਵਾਚ ਜੇ, ਬੰਦਾ ਸਾਰਾ ਘਰ ਢੰਡੋਲ ਮਾਰਦਾ, ਇਹ ਕੈਂਠਾ ਫੇਰ ਨਹੀਂ ਲੱਭਦਾ। ਹੌਲੀ ਹੌਲੀ ਕਰਕੇ ਜਦੋਂ ਕੱਪੜਿਆਂ ਨੂੰ ਉਤਾਰਦਾ ਏ ਤੇ ਕੈਂਠਾ ਗਲ ਵਿੱਚੋਂ ਹੀ ਪਿਆ ਲੱਭ ਪੈਂਦਾ ਜੀ। ਇਸੇ ਤਰੀਕੇ ਦੇ ਨਾਲ ਹੌਲੀ ਹੌਲੀ ਜਦੋਂ ਆਪਾਂ ਬ੍ਰਹਮ ਦੀ ਵਿਚਾਰ ਕਰਦੇ ਆਂ,
ਉਹ ਰੱਬ ਸਾਡੇ ਅੰਦਰ ਬੈਠਾ ਹੋਇਆ ਹੀ ਸਾਨੂੰ ਲੱਭ ਪੈਂਦਾ ਜੀ। ਇਸੇ ਤਰੀਕੇ ਦੇ ਨਾਲ ਭਾਈ ਨੰਦ ਲਾਲ ਸਾਹਿਬ ਕਹਿਣ ਲੱਗੇ, ਉਹ ਗੁਰੂ ਕਿਹਾ ਸਿੱਖਾ ਨੁਕਤਾ ਤੇਰੇ ਕੋਲ ਹੈ, ਪਰ ਤੈਨੂੰ ਉਹ ਨੁਕਤੇ ਦੀ ਸੋਝੀ ਕੋਈ ਨਹੀਂ। ਗੁਰੂ ਕੇ ਸਿੱਖ ਨੇ ਹੱਥ ਜੋੜ ਕੇ ਬੇਨਤੀ ਕੀਤੀ, ਨੰਦ ਲਾਲ ਸਾਹਿਬ ਜੀ ਕਿਰਪਾ ਕਰਕੇ ਉਹ ਨੁਕਤੇ ਬਾਰੇ ਦੱਸੋ। ਭਾਈ ਨੰਦ ਲਾਲ ਸਾਹਿਬ ਜੀ ਨੇ ਬੜਾ ਕਮਾਲ ਦਾ ਨੁਕਤਾ ਦੱਸਿਆ, ਜੋ ਉਹਨਾਂ ਨੇ ਦਾਰਸ਼ਨਿਕਾਂ ਦੇ ਕੋਲੋਂ ਸੁਣਿਆ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ, ਗਰ ਤੁਰਾ ਜਾ ਦੇ ਖੁਦਾ ਹਾਸਿਲ ਸ਼ਬਦ, ਹੱਲੇ ਹਰ ਮੁਸ਼ਕਿਲ ਤੁਰਾ ਐ ਦਿਲ ਸ਼ਬਦ। ਮਨਾ ਜੇ ਕਰਕੇ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਵੇ, ਅੰਮ੍ਰਿਤ ਵੇਲੇ ਦਾ ਜਾਗਣਾ ਪ੍ਰਾਪਤ ਹੋ ਜਾਵੇ, ਹਰ ਦਮ ਸਵਾਸ ਸਵਾਸ ਤੇਰਾ ਮਨ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਿਮਰਨ ਵਿੱਚ ਲੱਗ ਜਾਵੇ, ਦੁਨੀਆ ਦੀ ਇੱਕ ਮੁਸ਼ਕਲ ਕੀ ਹਜ਼ਾਰਾਂ ਮੁਸ਼ਕਲਾਂ ਵਾਹਿਗੁਰੂ ਨਾਮ ਤੇਰੀਆਂ ਹੱਲ ਕਰ ਦੇਵੇਗਾ। ਖੁਦ ਸਤਨਾਮ ਸ੍ਰੀ ਵਾਹਿਗੁਰੂ। ਜਿਹੜੇ ਨਾਮ ਦੇ ਵਿੱਚ ਲੱਗੇ ਅੰਮ੍ਰਿਤ ਵੇਲੇ ਜਾਗਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਦੀਆਂ ਮੁਸ਼ਕਲਾਂ ਹੱਲ ਹੋਈਆਂ ਵੀ ਤੇ ਹੱਲ ਹੁੰਦੀਆਂ ਵੀ ਜੇ। ਜਿਨ੍ਹਾਂ ਦਾ ਅਨੁਭਵ ਹੈ ਉਹਨਾਂ ਨੂੰ ਪਤਾ ਹੈ ਵੀ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਕਿੱਡੀ ਕੁ ਤਾਕਤ ਹੈ। ਸਿੱਧ ਪੁਰਖਾਂ ਦੇ ਬਚਨ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਰੱਬ ਦੇ ਦਰਬਾਰ ਦੇ ਅੱਗੇ ਇੱਕ ਪੈਰ ਮੰਗਤਾ ਬਣ, ਸਾਰਾ ਦਿਨ ਤੂੰ ਦੁਨੀਆ ਦਾ ਬਾਦਸ਼ਾਹ ਬਣ ਜਾਵੇਂਗਾ। ਰੱਬ ਦੇ ਪਿਆਰੇ ਇੱਕ ਪੈਰ ਅੰਮ੍ਰਿਤ ਵੇਲੇ ਉੱਠ ਕਰਕੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਦਰ ਆਪਣੀ ਸੁਰਤ ਨੂੰ ਲੈ ਜਾ ਕੇ ਸਿਮਰਨ ਕਰਦੇ ਨੇ, ਦਾਤਾਂ ਮੰਗਦੇ ਨੇ। ਰੱਬ ਉਹਨਾਂ ਨੂੰ ਇੰਨਾ ਨਿਹਾਲੋ ਨਿਹਾਲ ਕਰ ਦਿੰਦਾ ਏ, ਸਾਰੀ ਦਿਹਾੜੀ ਉਹ ਦੁਨੀਆ ਦੇ ਬਾਦਸ਼ਾਹ ਬਣ ਕੇ ਦਾਤਾਂ ਵੰਡਦੇ ਵੇਖੇ ਨੇ। ਇਹ ਸਿੱਧ ਪੁਰਖਾਂ ਦੇ ਬਚਨ ਨੇ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਏ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ, ਰੱਬ ਦਾ ਸਿਮਰਨ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਜੀ। ਜਿਨ੍ਹਾਂ ਨੇ ਸਿਮਰਨ ਰੂਪੀ ਨਾਮ ਧਨ ਦੀ ਪ੍ਰਾਪਤੀ ਕੀਤੀ ਹੈ, ਉਹਨਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਂਦੀਆਂ ਜੀ। ਸਾਰੀ ਦੁਨੀਆ ਦੁੱਖਾਂ ਦੀ ਮਾਰੀ ਤੁਰੀ ਫਿਰਦੀ ਏ, ਕੋਈ ਤਨ ਦੁਖੀ, ਕੋਈ ਮਨ ਦੁਖੀ, ਦੁਖੀਆ ਦੁੱਖ ਸੰਸਾਰ, ਥੋੜੇ ਥੋੜੇ ਸਭ ਕੋ ਦੁਖੀ, ਸੁਖੀ ਹਰੀ ਕੇ ਦਾਸ। ਕੋਈ ਤਨ ਕਰਕੇ ਦੁਖੀ ਹੈ, ਕੋਈ ਮਨ ਕਰਕੇ ਦੁਖੀ ਹੈ, ਕੋਈ ਥੋੜਾ ਦੁਖੀ ਹੈ, ਕੋਈ ਬਹੁਤਾ ਦੁਖੀ ਹੈ, ਪਰ ਜਿਹੜੇ ਨਾਮ ਜਪਦੇ ਨੇ ਉਹਨਾਂ ਨੂੰ ਸਦਾ ਹੀ ਸੁਖ ਪ੍ਰਾਪਤ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਸਾਧ ਸੰਗਤ ਵਿੱਚ ਜਾਣੇ ਕਰਕੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਨ੍ਹਾਂ ਨੇ ਨਾਮ ਧਨ ਜਪਣਾ ਕੀਤਾ ਏ, ਨਾਮ ਧਨ ਪ੍ਰਾਪਤ ਕਰਕੇ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਿੱਚ ਬੈਠ ਕੇ ਉਹਨੂੰ ਚੇਤੇ ਕਰਨਾ ਕੀਤਾ ਹੈ। ਸਹਜ ਆਨੰਦ ਹੋਵੇ ਦਿਨ ਰਾਤੀ, ਅੰਕੁਰ ਭਲੋ ਹਮਾਰਾ। ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਦੇ ਮਨ ਵਿੱਚ ਸਹਿਜੇ ਹੀ ਆਨੰਦ ਹੋ ਜਾਂਦਾ ਏ। ਦੁਨੀਆ ਦੇ ਲੋਕ ਸ਼ਾਂਤੀ ਨੂੰ ਲੱਭਦੇ ਫਿਰਦੇ ਨੇ, ਖੁਸ਼ੀ ਨੂੰ, ਖੇੜੇ ਨੂੰ ਲੱਭਦੇ ਫਿਰਦੇ ਨੇ, ਲੱਭਿਆਂ ਵੀ ਖੁਸ਼ੀ ਲੱਭਦੀ ਨਹੀਂ ਜੀ। ਖੁਸ਼ੀ ਹੀਰਿਆਂ ਜਵਾਹਰਾਤਾਂ ਦੇ ਨਾਲ ਨਹੀਂ ਜੇ ਮਿਲਦੀ, ਖੁਸ਼ੀ ਰੁਪਈਆਂ ਦੇ ਨਾਲ ਨਹੀਂ ਜੇ ਮਿਲਦੀ। ਜਿਹੜੇ ਨਾਮ ਜਪਦੇ ਨੇ ਸਹਿਜੇ ਹੀ ਉਹਨਾਂ ਦੇ ਮਨ ਵਿੱਚ ਆਨੰਦ ਹੋ ਜਾਂਦਾ ਏ। ਦਿਨ ਰਾਤ ਆਨੰਦੋ ਹੀ ਆਨੰਦ ਵਰਤਦੇ ਆਏ ਉਹਨਾਂ ਦੇ ਮਨ ਵਿੱਚ। ਤੇ ਸੁਭਾਵਕ ਹੀ ਉਹ ਮਹਾਂਪੁਰਖ ਆਪਣੇ ਮੁਖ ਤੋਂ ਕਹਿੰਦੇ ਨੇ, ਪਿਛਲੇ ਜਨਮ ਵਿੱਚ ਕੋਈ ਨਿਸ਼ਕਾਮ ਕਰਮ ਕੀਤਾ ਸੀ, ਉਹ ਨਿਸ਼ਕਾਮ ਕਰਮ ਦੀ ਕਰੁੰਬਲੀ ਪੁੱਟੀ ਹੈ। ਉਹ ਕਰੁੰਬਲੀ ਦੇ ਬਲ ਦੇ ਨਾਲ ਸਾਨੂੰ ਪੂਰੇ ਸਤਿਗੁਰਾਂ ਦੀ ਪ੍ਰਾਪਤੀ ਹੋਈ ਹੈ। ਜਦੋਂ ਗੁਰ ਸੰਗਤ ਵਿੱਚ ਜਾਣੇ ਆ, ਨਾਮ ਜਪਦੇ ਆ ਨਾ, ਤੇ ਨਾਮ ਦੀ ਵਰਖਾ ਜਦੋਂ ਹਿਰਦੇ ਤੇ ਹੁੰਦੀ ਹੈ ਨਾ, ਹਿਰਦੇ ਦੀ ਜ਼ਮੀਨ ਵੱਤਰ ਵਿੱਚ ਆ ਜਾਂਦੀ ਹੈ। ਜਿੰਨਾ ਚਿਰ ਜ਼ਮੀਨ ਵੱਤਰ ਵਿੱਚ ਨਾ ਹੋਵੇ ਉਹਨਾਂ ਚਿਰ ਬੀਜ ਨਹੀਂ ਜੇ ਬੋਇਆ ਉੱਗਦਾ। ਜ਼ਮੀਨ ਵੱਤਰ ਵਿੱਚ ਹੋਵੇ ਤੇ ਬੀਜ ਉੱਗਦਾ ਜੀ।
ਗੁਰ ਸੰਗਤ ਵਿੱਚ ਜਾ ਕੇ ਜਦੋਂ ਨਾਮ ਦਾ ਮੀਂਹ ਪੈਂਦਾ ਏ ਉਦੋਂ ਹਿਰਦਾ ਬੱਤਰ ਵਿੱਚ ਆ ਜਾਂਦਾ ਏ। ਤੇ ਪਹਿਲੇ ਜਨਮਾਂ ਵਿੱਚ ਕੀਤਾ ਹੋਇਆ ਨਿਸ਼ਕਾਮ ਕਰਮ ਦਾ ਬੀਜ ਫਿਰ ਕਰੁੰਬਲੀ ਬਣ ਕੇ ਫੁੱਟਦਾ ਜੀ। ਤੇ ਫਿਰ ਕੀ ਹੁੰਦਾ ਏ? ਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ, ਪੂਰੇ ਸਤਿਗੁਰੂ ਦਾ ਮਿਲਾਪ ਹੋ ਜਾਂਦਾ ਏ। ਰਹਾਉ ਸੱਚੇ ਪਾਤਸ਼ਾਹ ਜੀ ਟਿਕਾ ਦੇ ਕੇ ਕਿਰਪਾ ਕਰਦੇ ਨੇ। ਗੁਰ ਪੂਰਾ ਭੇਟਿਓ ਵੱਡ ਭਾਗੀ, ਜਾ ਕੋ ਅੰਤ ਨ ਪਾਰਾ ਵਾਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਨਿਸ਼ਕਾਮ ਕਰਮ ਕਰੁੰਬਲੀ ਬਣ ਕੇ ਹਿਰਦੇ ਰੂਪੀ ਜ਼ਮੀਨ ਦੇ ਵਿੱਚੋਂ ਤਾਂ ਨੂੰ ਉਗਰਦਾ ਹੈ ਨਾ, ਉਸ ਵਕਤ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ ਵੱਡੇ ਭਾਗਾਂ ਦੇ ਨਾਲ। ਸੱਚੇ ਪਾਤਸ਼ਾਹ ਜੀ ਨੇ ਦੁਨੀਆ ਦੇ ਵਿੱਚ ਗੁਰੂ ਬੜੇ ਤੁਰੇ ਫਿਰਦੇ ਨੇ, ਪਰ ਪੂਰੇ ਗੁਰੂ ਦਾ ਇੱਕ ਉਦਾਹਰਣ ਦਿੱਤੀ ਹੈ, ਪਰਿਭਾਸ਼ਾ ਦਿੱਤੀ ਹੈ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਕਲਯੁਗ ਦੇ ਵਿੱਚ ਸਾਰੇ ਮਰਦੇ ਪਏ ਨੇ, ਕੋਈ ਕਾਮ ਕਰਕੇ, ਕੋਈ ਕ੍ਰੋਧ ਕਰਕੇ, ਕੋਈ ਲੋਭ ਕਰਕੇ, ਕੋਈ ਮੋਹ ਰਾਜੇ ਕਰਕੇ, ਪੰਜੇ ਵਿਕਾਰਾਂ ਕਰਕੇ ਦੁਨੀਆ ਵਧੀ ਹੋਈ ਜੇ। ਪੰਜਾਂ ਵਿਕਾਰਾਂ ਤੋਂ ਕੋਈ ਮੁਕਤ ਨਹੀਂ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹਨੇ ਪੰਜਾਂ ਵਿਕਾਰਾਂ ਦੇ ਉੱਪਰ ਫਤਿਹ ਪਾ ਲਈ ਉਹ ਪੂਰਾ ਸਤਿਗੁਰੂ ਹੈ। ਗੁਰੂ ਨਾਨਕ ਸਾਹਿਬ ਜੀ ਦੀ ਜਨਮ ਸਾਖੀ, ਗੁਰੂ ਨਾਨਕ ਸਾਹਿਬ ਦੀ ਹਿਸਟਰੀ ਪੜ੍ਹ ਕੇ ਵੇਖੀਏ। ਮਹਾਰਾਜ ਸਾਹਿਬ ਜੀ ਨੂੰ ਪੰਜਾਂ ਵਿਕਾਰਾਂ ਦੇ ਵਿੱਚੋਂ ਇੱਕ ਵਿਕਾਰ ਵੀ ਭੋ ਨਹੀਂ ਸਕਿਆ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਮੁਰਸ਼ਿਦੇ ਕਾਮਿਲ ਹੁਮਾ ਬਾਸ਼ਿਦ ਹੁਮਾ, ਕਜ਼ ਕਲਾਮ ਸ਼ਬੂਏ ਹਕ ਆਇਦ ਅਯਾਮ। ਦੁਨੀਆ ਦੇ ਉੱਪਰ ਪੂਰਾ ਸਤਿਗੁਰੂ ਉਹ ਹੁੰਦਾ ਏ, ਪੂਰਾ ਸਤਿਗੁਰੂ ਉਹ ਹੁੰਦਾ ਏ ਜਿਹਦੀ ਜ਼ਬਾਨ ਵਿੱਚੋਂ, ਜਿਹਦੇ ਬਚਨਾਂ ਵਿੱਚੋਂ ਸਚਾਈ ਦੀ ਖੁਸ਼ਬੋਈ ਆਵੇ। ਗੁਰੂ ਨਾਨਕ ਸਾਹਿਬ ਜੀ ਦੀ ਜ਼ਬਾਨ ਵਿੱਚੋਂ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਵਿੱਚੋਂ ਸੱਚ ਦੀ ਖੁਸ਼ਬੋਈ ਆਉਂਦੀ ਸੀ। ਬਾਬਰ ਨੂੰ ਜ਼ਾਬਰ ਕਹਿ ਦੇਣਾ ਇਹ ਸੱਚ ਹੀ ਸੀ, ਇਹਦੇ ਤੋਂ ਪਰੇ ਹੋਰ ਵੱਡਾ ਸੱਚ ਕੀ ਹੋਣਾ ਹੈ। ਧੰਨ ਗੁਰੂ ਨਾਨਕ ਦੇਵ ਜੀ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬਾਦਸ਼ਾਹ ਜਹਾਂਗੀਰ ਨੇ ਕਿਹਾ ਸੀ ਜਿਹੜਾ ਗ੍ਰੰਥ ਲਿਖਦੇ ਪਏ ਹੋ ਇਹਦੇ ਵਿੱਚ ਦੋ ਤੁਕਾਂ ਲਿਖਦੇ ਹੋ, ਇਸਲਾਮ ਧਰਮ ਬੜਾ ਮਹਾਨ ਹੈ ਤੇ ਹਜ਼ਰਤ ਮੁਹੰਮਦ ਦੇ ਸਮਾਨ ਦੁਨੀਆ ਦੇ ਉੱਪਰ ਕੋਈ ਪੈਗੰਬਰ ਨਹੀਂ ਹੋਇਆ, ਕੋਈ ਔਲੀਆ, ਕੋਈ ਗੁਰੂ ਨਹੀਂ ਹੋਇਆ। ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਧੁਰ ਦਰਗਾਹ ਤੋਂ ਬਾਣੀ ਚੱਲ ਕੇ ਆਉਂਦੀ ਪਈ ਹੈ। ਜੋ ਧੁਰ ਦਰਗਾਹ ਤੋਂ ਆਉਂਦਾ ਹੈ ਉਹ ਇਸ ਗੁਰਬਾਣੀ ਦੇ ਵਿੱਚ ਲਿਖਿਆ ਜਾਵੇਗਾ। ਸੱਚੇ ਪਾਤਸ਼ਾਹ ਜੀ ਤਤੀ ਤਵੀ ਤੇ ਬੈਠ ਗਏ, ਪਰ ਮਹਾਰਾਜ ਸਾਹਿਬ ਜੀ ਨੇ ਸਲਤਨਤ ਦਾ ਪ੍ਰਭਾਵ ਨਹੀਂ ਸੀ ਕਬੂਲਿਆ, ਸਰਕਾਰ ਦਾ ਪ੍ਰਭਾਵ ਗੁਰੂ ਅਰਜਨ ਦੇਵ ਜੀ ਨੇ ਨਹੀਂ ਕਬੂਲਿਆ। ਇਹ ਹੈ ਸੱਚ ਦੀ ਖੁਸ਼ਬੋਈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਮੁਰਸ਼ਿਦੇ ਕਾਮਿਲ ਹੁਮਾ ਬਾਸ਼ਿਦ ਹੁਮਾ, ਕਜ਼ ਕਲਾਮ ਸ਼ਬੂਏ ਹਕ ਆਇਦ ਅਯਾ। ਪੂਰਾ ਸਤਿਗੁਰੂ ਉਹ ਹੈ ਜਿਹਦੀ ਜ਼ੁਬਾਨ ਦੇ ਵਿੱਚੋਂ ਹੱਕ ਦੀ ਖੁਸ਼ਬੋਈ ਆਉਂਦੀ ਹੋਵੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਪੂਰਾ ਸਤਿਗੁਰੂ ਭੇਟਿਓ ਮੈਨੇ ਮਿਲਦਾ ਏ ਵੱਡੇ ਭਾਗਾਂ ਦੇ ਨਾਲ, ਉਪਮਾ ਕਰਕੇ, ਕਿਰਪਾ ਕਰਕੇ, ਗੁਨਾਹ ਕਰਕੇ। ਜਿਸ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ, ਜਿਸ ਸਤਿਗੁਰੂ ਦਾ ਕੋਈ ਪਾਰਾਵਾਰ ਨਹੀਂ, ਕੋਈ ਅੰਤ ਨਹੀਂ, ਉਹ ਸਤਿਗੁਰੂ ਵੱਡੇ ਭਾਗਾਂ ਕਰਕੇ, ਨਿਸ਼ਕਾਮ ਕਰਮਾਂ ਕਰਕੇ ਪ੍ਰਾਪਤ ਹੁੰਦਾ ਏ। ਕਰ ਗਾਹ ਕਾਢ ਲਿਓ ਜਾਣੇ ਆਪਣਾ, ਵੇਖ ਸਾਗਰ ਸੰਸਾਰਾ। ਹਾਂ, ਸਤਿਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰ ਸੰਗਤ ਵਿੱਚ ਜਾ ਕੇ ਨਾਮ ਜਪਦੇ ਨੇ ਉਹਨਾਂ ਨੂੰ ਪੂਰਾ ਸਤਿਗੁਰੂ ਪ੍ਰਾਪਤ ਹੋ ਜਾਂਦਾ ਏ। ਜਦੋਂ ਪੂਰੇ ਸਤਿਗੁਰੂ ਦੀ ਪ੍ਰਾਪਤੀ ਹੋਈ ਤਾਂ ਪੂਰੇ ਸਤਿਗੁਰੂ ਜੀ ਮਨ ਰੂਪੀ ਹੱਥ ਨੂੰ ਫੜ ਕੇ ਵਿਸ਼ਿਆਂ ਰੂਪੀ ਜ਼ਹਿਰ ਦੇ ਨਾਲ ਜੋ ਭਰਿਆ ਹੋਇਆ ਇਹ ਸੰਸਾਰ ਹੈ,
ਇਸ ਸੰਸਾਰ ਸਮੁੰਦਰ ਦੇ ਵਿੱਚੋਂ ਕੱਢ ਲੈਂਦੇ ਨੇ। ਬਾਣੀ ਵਿੱਚ ਬਚਨ ਹੈ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਇਹ ਸੰਸਾਰ ਸਮੁੰਦਰ ਵਰਗਾ ਏ। ਫੁਰਨਿਆਂ ਰੂਪੀ ਗੁਰੂ ਖਾਲਸਾ ਜੀ ਇਹਦੇ ਵਿੱਚ ਲਹਿਰਾਂ ਨੇ, ਦੁੱਖਾਂ ਰੂਪੀ ਇਹਦੇ ਵਿੱਚ ਘੁੰਮਣ ਘੇਰੀਆਂ ਨੇ, ਵਕਾਰਾਂ ਰੂਪੀ ਇਹਦੇ ਵਿੱਚ ਮੱਛ ਤੁਰੇ ਫਿਰਦੇ ਨੇ। ਇਹ ਸੰਸਾਰ ਸਮੁੰਦਰ ਦੇ ਵਿੱਚੋਂ ਪੂਰੇ ਸਤਿਗੁਰੂ ਜੀ ਮਨ ਰੂਪੀ ਹੱਥ ਫੜ ਕੇ ਕੱਢ ਲੈਂਦੇ ਨੇ। ਮਾਣੀ ਫੇਰਨਾ ਏ। ਬੁੱਲੇ ਨੂੰ ਕਿਸੇ ਨੇ ਪੁੱਛਿਆ ਸੀ, ਬੁੱਲਾ ਸ਼ਾਹ ਜੀ ਰੱਬ ਦੀ ਪ੍ਰਾਪਤੀ ਕਰਨੀ ਹੈ, ਕਿਵੇਂ ਕਰੀਏ? ਤੇ ਗੰਨੇ ਇੱਕ ਬੰਨਿਓ ਕੱਟ ਕੇ ਤੇ ਇੱਕ ਬੰਨੇ ਸਿਆਰਾਂ ਦੇ ਵਿੱਚ ਕੀਰਦੇ ਪਏ ਸਨ। ਤੇ ਬੁੱਲਾ ਕਹਿਣ ਲੱਗਾ ਵਾ, ਬੁੱਲਿਆ ਰੱਬ ਦਾ ਕੀ ਪਾਉਣਾ, ਇਧਰੋਂ ਪੁੱਟਣਾ ਤੇ ਇਧਰ ਲਾਉਣਾ। ਗੰਨੇ ਇੱਕ ਬੰਨਿਓ ਵੱਢ ਕੇ ਤੇ ਦੂਜੇ ਬੰਨੇ ਬੋਏ ਜਾਂਦੇ ਏ। ਮਨ ਨੂੰ ਸੰਸਾਰ ਵੱਲੋਂ ਤੋੜ ਕੇ ਤੇ ਨਿਰੰਕਾਰ ਵੱਲ ਜੋੜਨਾ, ਬਸ ਰੱਬ ਦੀ ਪ੍ਰਾਪਤੀ ਹੋ ਜਾਂਦੀ ਹੈ। ਮੈਂ ਪਹਿਲਾਂ ਵੀ ਬਚਨ ਕੀਤਾ ਏ, ਧਾਰਮਿਕ ਵੇਦਾਂਤਿਕ ਗ੍ਰੰਥਾਂ ਵਿੱਚ ਲਿਖਿਆ ਕੰਠ ਭੂਸ਼ਣ ਕੀ ਨਿਆਈ, ਬ੍ਰਹਮ ਪ੍ਰਾਪਤ ਕੀ ਪ੍ਰਾਪਤੀ ਹੈ। ਰੱਬ ਤੇ ਪਹਿਲਾਂ ਹੀ ਪ੍ਰਾਪਤ ਹੈ। ਸਮਝਣਾ ਹੈ ਵੀ ਰੱਬ ਸਾਡੇ ਹਿਰਦੇ 'ਚ ਬੈਠਾ ਹੈ, ਸਾਡੇ ਨਾਲੋਂ ਵੱਖਰਾ ਨਹੀਂ ਹੈ। ਮਨ ਰੂਪੀ ਹੱਥ ਫੜ ਕੇ ਵਿਸ਼ਿਆਂ ਦੇ ਸਮੁੰਦਰ ਦੇ ਵਿੱਚੋਂ ਬਾਹਰ ਕੱਢ ਕੇ ਆਪਣੇ ਚਰਨਾਂ ਦੇ ਨਾਲ ਪੂਰੇ ਸਤਿਗੁਰੂ ਜੀ ਜੋੜ ਲੈਂਦੇ ਨੇ। ਜਨਮ ਮਰਨ ਕਾਟੇ ਗੁਰ ਬਚਨੀ, ਬਹੁੜ ਨਾ ਸੰਕਟ ਦੁਆਰਾ। ਗੁਰ ਬਚਨੀ, ਗੁਰ ਸ਼ਬਦਾਂ ਦੇ ਦੁਆਰਾ ਜਨਮ ਤੇ ਮਰਨ ਕੱਟ ਦਿੰਦੇ ਨੇ। ਬੰਦਾ ਫਿਰ ਸੰਕਟਾਂ ਦੇ ਵਿੱਚ ਨਹੀਂ ਜੇ ਪੈਂਦਾ। ਦੁਨੀਆ ਜਿਹੜਾ ਏ ਇਹ ਸੰਕਟ ਹੀ ਹੈ। ਸੰਕਟ ਦਾ ਅਰਥ ਇੱਕ ਵਿਦਵਾਨ ਕਰਦੇ ਨੇ ਸੰਕ ਕੱਟ। ਸੰਕ ਮੈਨੇ ਸੰਸਾ ਤੇ ਕੱਟ ਮੈਨੇ ਜੋ ਕੱਟਿਆ ਜਾਵੇ। ਗੁਰ ਸ਼ਬਦ ਦੇ ਬਲ ਦੇ ਨਾਲ ਜਿਹੜਾ ਸੰਸਾ ਕੱਟਿਆ ਜਾਵੇ ਉਹਨੂੰ ਸੰਕਟ ਕਹਿੰਦੇ ਨੇ। ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਨੇ, ਸੰਸਾ ਇਹੋ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਬਾਇਆ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ, ਇਹ ਸਾਰਾ ਹੀ ਸੰਸਾਰ ਇੱਕ ਸੰਸੇ ਤੋਂ ਪੈਦਾ ਹੋਇਆ ਹੈ। ਬੰਦਾ ਜਨਮਾਂ ਤੇ ਜਨਮਾਂਤਰਾਂ ਦੇ ਵਿੱਚ ਆ ਰਿਹਾ ਏ। ਸੰਸਾਰ ਦੀ ਉਤਪਤੀ ਤੇ ਮਰਨ ਹੋ ਰਿਹਾ ਏ, ਇਹ ਇੱਕ ਸੰਸੇ ਕਰਕੇ ਹੈ। ਵੇਦਾਂਤੀਆਂ ਨੇ ਦੋ ਪ੍ਰਕਾਰ ਦੇ ਸੰਸੇ ਮੰਨੇ ਨੇ, ਪ੍ਰਮਾਣਗਤ ਸੰਸਾ ਤੇ ਪ੍ਰਮੇਯਗਤ ਸੰਸਾ। ਧਾਰਮਿਕ ਗ੍ਰੰਥਾਂ ਤੇ ਸ਼ੰਕਾ ਕਰਨਾ ਇਹਨੂੰ ਪ੍ਰਮਾਣਗਤ ਕਹਿੰਦੇ ਜੇ, ਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਜੋ ਲਿਖਿਆ ਏ ਉਹਦੇ ਤੇ ਸ਼ੰਕਾ ਕਰਨਾ ਇਹਨੂੰ ਪ੍ਰਮੇਯਗਤ ਕਹਿੰਦੇ ਜੇ। ਰਹੋ ਵਿਚਾਰ। ਮਹਾਰਾਜ ਸਾਹਿਬ ਜੀ ਕਹਿੰਦੇ, ਜੋ ਸੰਕਟ ਦੁੱਖਾਂ ਦਾ ਦਰਵਾਜ਼ਾ ਹੈ, ਉਸ ਦਰਵਾਜ਼ੇ ਨੂੰ ਬੰਦਾ ਬੌੜ ਫੇਰ ਪ੍ਰਾਪਤ ਨਹੀਂ ਕਰਦਾ। ਨਾਨਕ ਸਰਨ ਗਾਹੀ ਸੁਆਮੀ ਕੀ, ਪੁਨః ਪੁਨః ਨਮਸਕਾਰਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੇ ਸੁਆਮੀ ਮਾਲਕ ਦੀ ਸ਼ਰਨ ਪਕੜੀ ਹੈ, ਉਹਨਾਂ ਨੂੰ ਪੁਨः ਪੁਨः ਬਾਰ-ਬਾਰ ਮੈਂ ਨਮਸਕਾਰ ਕਰਦਾ ਹਾਂ। ਜਿਨ੍ਹਾਂ ਨੇ ਗੁਰੂ ਨਾਨਕ ਦੇ ਚਰਨਾਂ ਨੂੰ ਪਕੜਿਆ ਹੈ। ਸ਼ਰਨ ਨੰਨੇ ਨੂੰ ਸਿਹਾਰੀ ਲੱਗੀ ਹੈ। ਸਿਹਾਰੀ ਗੁਰੂ ਖਾਲਸਾ ਜੀ ਗੁਰਬਾਣੀ ਵਿੱਚ ਬਹੁ ਰੂਪਾਂ ਵਿੱਚ ਆਉਂਦੀ ਹੈ। ਇਹਨੂੰ ਕਹਿੰਦੇ ਅਖਰਾਂਤ ਮਾਤਰਾ। ਇੱਕ ਤੇ ਕਾਰਕੀ ਰੂਪ ਵਿੱਚ ਵੀ ਆਉਂਦੀ ਹੈ, ਦੋ ਸ਼ਬਦਾਂ ਦਾ ਸੰਬੰਧ ਬਣਾਉਣ ਲਈ। ਇਹਦਾ ਅਰਥ ਦਾ, ਦੀ, ਨੂੰ ਇਤਿਆਦਿ ਹੁੰਦੇ ਨੇ। ਇੱਕ ਮੂਲਕ ਰੂਪ ਵਿੱਚ ਆਉਂਦੀ ਹੈ, ਜਿਵੇਂ ਮੇਰੀ ਜਾਤ ਕਮੀਨੀ, ਪਾਂਤ ਕਮੀਨੀ, ਹੋਸ਼ਾ ਜਨਮ ਹਮਾਰਾ। ਜਾਤੀ ਪਾਤੀ ਦੇ ਅਰਥ ਵਿੱਚ ਪਿਛਲੇ ਤੱਤਿਆਂ ਨੂੰ ਸਿਹਾਰੀ ਲੱਗੀ ਹੈ। ਇੱਕ ਕਿਰਿਆਵਾਚੀ ਸ਼ਬਦਾਂ ਵਿੱਚ ਵੀ ਇਹ ਸਿਹਾਰੀ ਵਰਤੀ ਜਾਂਦੀ ਹੈ, ਜਿਵੇਂ ਨਚਤ, ਹਸਤ, ਕਰਤ, ਰੋਦਤ। ਇਹਨਾਂ ਦੇ ਪਿਛਲੇ ਅੱਖਰਾਂ ਨੂੰ ਸਿਹਾਰੀ ਆਵੇਗੀ। ਫਾਰਸੀ ਦੇ ਵਿੱਚ ਇਹ ਸਿਹਾਰੀ ਇਜ਼ਾਫਤ ਦੇ ਰੂਪ ਵਿੱਚ ਵੀ ਵਰਤੀ ਗਈ ਹੈ ਬਾਣੀ ਵਿੱਚ। ਜਿੱਥੇ ਫਾਰਸੀ ਦੇ ਸ਼ਬਦ ਆਏ ਨੇ, ਭਾਈ ਨੰਦ ਲਾਲ ਸਾਹਿਬ ਜੀ ਦਾ ਗਜ਼ਲਾਤਨਾਮਾ ਹੈ, ਜ਼ਿੰਦਗੀਨਾਮਾ ਹੈ, ਉੱਥੇ ਸਿਹਾਰੀ ਦਾ ਪ੍ਰਯੋਗ ਗੁਰੂ ਖਾਲਸਾ ਜੀ ਇਜ਼ਾਫਤ ਦੇ ਰੂਪ ਵਿੱਚ ਕੀਤਾ ਗਿਆ ਹੈ। ਜਿਵੇਂ ਮੈਦਾਨ ਤੇ ਜੰਗ,
ਪੇਸ਼ ਤੇ ਤੋ, ਇਹਨਾਂ ਦੋ ਸ਼ਬਦਾਂ ਨੂੰ ਜੋੜਨ ਲਈ ਮੈਦਾਨੇ ਜੰਗ, ਪੇਛੇ ਤੋਂ ਇਤਿਆਦਿ ਮਹਾਰਾਜ ਸਾਹਿਬ ਜੀ ਨੇ ਸਿਹਾਰੀਆਂ ਵਰਤੀਆਂ ਨੇ। ਸਿਹਾਰੀ ਦਾ ਉਚਾਰਨ ਗੁਰਬਾਣੀ ਵਿੱਚ ਤ੍ਰੈ ਭਾਂਤ ਦਾ ਹੈ। ਇੱਕ ਤੇ ਜਿਵੇਂ ਸਿਹਾਰੀ ਦਾ ਮੂਲ ਰੂਪ ਹੈ ਇਸ, ਈੜੀ ਸਿਹਾਰੀ ਤੇ ਸੱਸਾ ਇਸ। ਕਈ ਵਾਰ ਜਿਹੜੀ ਸਿਹਾਰੀ ਹੈ ਉਹ ਹਿੰਦੀ ਦੀ ਛੋਟੀ ਈ ਵਾਂਗ ਵੀ ਬੋਲਦੀ ਹੈ, ਜਿਵੇਂ ਥਿੱਤੀ, ਇੱਥੇ ਤੀ, ਹਿੰਦੀ ਦੀ ਛੋਟੀ ਈ ਵਾਂਗ ਵੀ ਇਹ ਸਿਹਾਰੀ ਦਾ ਉਚਾਰਨ ਹੁੰਦਾ ਹੈ। ਚੌਪਈ ਸਾਹਿਬ ਦੇ ਵਿੱਚ ਸਮਝਿਓ ਕਰਿਓ, ਇੱਥੇ ਗੁਰੂ ਖਾਲਸਾ ਜੀ ਸਿਹਾਰੀ ਛੋਟੀ ਈ ਵਾਂਗ ਬੋਲੀ ਜਾਂਦੀ ਹੈ। ਕਈ ਵਾਰ ਸਿਹਾਰੀ ਦਾ ਉਚਾਰਨ ਲਾਂ ਵਾਂਗੂ, ਜਿਵੇਂ ਭਾਈ ਨੰਦ ਲਾਲ ਸਾਹਿਬ ਦੀ ਬਾਣੀ 'ਚ ਮੈਦਾਨੇ ਜੰਗ, ਪੇਸ਼ੇ ਤੋਂ ਕਾਰੇ ਕਰਦਮ, ਇੱਥੇ ਸਿਹਾਰੀ ਦਾ ਉਚਾਰਨ ਲਾਂ ਵਾਂਗੂ ਕੀਤਾ ਜਾਂਦਾ ਹੈ। ਕਾਹਨ ਸਿੰਘ ਜੀ ਨਾਭਾ ਨੇ ਛੰਦ ਦਿਵਾਕਰ ਗ੍ਰੰਥ ਵਿੱਚ ਲਿਖਿਆ ਹੈ, ਇਜ਼ਾਫਤ ਦੀ ਆਵਾਜ਼ ਸਿਹਾਰੀ ਦੇ ਨਾਲੋਂ ਵੱਧ ਤੇ ਲਾਮ ਦੇ ਨਾਲੋਂ ਘੱਟ ਹੁੰਦੀ ਹੈ। ਇਹ ਤ੍ਰੈ ਭਾਂਤ ਦਾ ਉਚਾਰਨ ਗੁਰਬਾਣੀ ਵਿੱਚ ਸਿਹਾਰੀ ਦਾ ਆਉਂਦਾ ਹੈ। ਸੋ ਸੱਚੇ ਪਾਤਸ਼ਾਹ ਜੀ ਨੇ ਮੁਖਵਾਕ ਦੀ ਵਿਚਾਰ ਬਖਸ਼ਿਸ਼ ਕੀਤੀ ਹੈ। ਤੇ ਹੁਣ ਮਹਾਰਾਜ ਸਾਹਿਬ ਜੀ ਬਿਲਾਵਲ ਰਾਗ ਦੇ ਵਿੱਚ ਜੋ ਇਹ ਕਥਾ ਚੱਲਦੀ ਪਈ ਹੈ ਲੜੀਵਾਰ, ਉਹ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਨੇ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾ ਕਰਦੇ ਨੇ। ਮੋਰੀ ਅਹੰ ਜਾਏ ਦਰਸ਼ਨ ਪਾਵਤ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਗੁਰੂ ਨਾਨਕ ਦੇ ਦਰਸ਼ਨ ਕਰਦਿਆਂ, ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਦਿਆਂ ਮੇਰਾ ਹੰਕਾਰ ਚਲਿਆ ਗਿਆ। ਇਹ ਉੱਤਮ ਭਗਤੇ ਦੀ ਨਿਸ਼ਾਨੀ ਹੁੰਦੀ ਹੈ ਵੀ ਆਪਣੇ ਤੇ ਗੱਲ ਲੈ ਕੇ ਦੂਜੇ ਨੂੰ ਪਾਵਨ ਉਪਦੇਸ਼ ਬਖਸ਼ਣਾ। ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹਉਮੈ ਦੀਰਘ ਰੋਗ ਹੈ, ਇਹ ਅਹੰਕਾਰ ਦਾ ਦੀਰਘ ਰੋਗ ਦੂਰ ਹੋ ਗਿਆ। ਰਾਜੋ ਨਾਥ ਹੀ ਸਹਾਈ ਸੰਤਨਾ। ਇਸ ਲਈ ਮਹਾਰਾਜ ਕਹਿੰਦੇ ਨੇ, ਹੀ ਨਿਸ਼ਚੇ ਕਰਕੇ, ਹੀ ਹਿਰਦੇ ਕਰਕੇ, ਜੋ ਸਾਰਿਆਂ ਨੂੰ ਨਾਥ ਨੱਥਣ ਵਾਲਾ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੈ, ਉਹਦੇ ਨਾਲ ਰਾਜੋ ਮਿਲਣਾ ਕਰੋ। ਸੰਤਨਾ ਸਮੈ ਅੰਤ ਪਰ ਹੋਤ ਸਹਾਈ, ਤਾਂ ਤੇ ਸੰਖਿਆ ਸੰਤ ਗਨਾਈ। ਅੰਤਲੇ ਸਮੇਂ ਤੇ ਸਹਾਇਤਾ ਕਰਨੇ ਕਰਕੇ ਅਕਾਲ ਪੁਰਖ ਦਾ ਨਾਮ ਵੀ ਸੰਤ ਹੈ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਤੇਰੀ ਸਹਾਇਤਾ ਕਰਨਗੇ। ਅਬ ਚਰਨ ਗਏ। ਮਹਾਰਾਜ ਸਾਹਿਬ ਜੀ ਕਹਿੰਦੇ, ਹੁਣ ਅਸਾਂ ਨੇ ਨਾਮ ਰੂਪੀ ਚਰਨ, ਚਿਤ ਚਰਨ ਨਾਮ, ਚਿਤ ਨਾਮ ਚੇਤਨ ਸਰੂਪ ਦਾ ਹੈ। ਚੇਤਨ ਸਰੂਪ ਦੇ ਜੋ ਨਾਮ ਰੂਪੀ ਚਰਨ ਨੇ, ਉਹ ਗਹੇ ਪਕੜਨਾ ਕੀਤੇ ਨੇ। ਰਹਾਓ ਟਿਕਾਓ ਦੇ ਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਆਹੇ ਮਨ ਅਵਰ ਨ ਭਾਵੈ, ਚਰਨਾਵੈ ਉਲਝਿਓ ਆਲਮ ਕਰੰਦ ਕਮਲ ਜਿਉ। ਸੱਚੇ ਪਾਤਸ਼ਾਹ ਜੀ ਨੇ ਇੱਥੇ ਆਤਮਾ ਤੇ ਮਨ ਦੀ ਵਿਚਾਰ ਲਿਖੀ ਹੈ। ਮਹਾਰਾਜ ਕਲਗੀਧਰ ਦੀ ਬਾਣੀ ਪੜ੍ਹੀਏ, ਸ਼੍ਰੀ ਅਕਾਲ ਉਸਤਤ। ਸੱਚੇ ਪਾਤਸ਼ਾਹ ਜੀ ਦੇ ਬਚਨ ਆਉਂਦੇ ਨੇ, ਏਕ ਸਮੇਂ ਸ਼੍ਰੀ ਆਤਮਾ ਉਚਰਿਓ ਮਤ ਸਿਓ ਬੈਨ। ਮਤ ਮੈਨੇ ਮਨ ਕਹਿ ਲੋ ਜਾਂ ਅੰਤਿਸ਼ਕਰਨ ਕਹਿ ਲੋ। ਇੱਕ ਸਮੇਂ ਆਤਮਾ ਨੇ ਮਨ ਦੇ ਅੱਗੇ ਸਵਾਲ ਰੱਖਿਆ, ਦੁਨੀਆ ਤੇ ਅਮੀਰ ਕੌਣ ਹੈ, ਗਰੀਬ ਕੌਣ ਹੈ, ਸਮ ਕੀ ਹੈ, ਦਮ ਕੀ ਹੈ, ਗਿਆਨੀ ਕੌਣ ਹੈ, ਅਗਿਆਨੀ ਕੌਣ ਹੈ। ਸੱਚੇ ਪਾਤਸ਼ਾਹ ਜੀ ਨੇ 10 ਦੋਹਰੇ ਲਿਖੇ ਨੇ। ਇੱਕੋ ਹੀ ਸਵਾਲ ਸ਼ੁੱਧ ਅੰਤਿਸ਼ ਕਰਨ ਦੀ ਬਿਰਤੀ ਵੱਲੋਂ ਆਇਆ, ਸਭ ਪ੍ਰਤਾਪ ਜਗਦੀਸ਼ ਕੋ। ਸਾਰਾ ਪ੍ਰਤਾਪ ਆਪ ਦਾ ਹੀ ਹੈ। ਆਪ ਹੀ ਅਮੀਰ, ਆਪ ਹੀ ਗਰੀਬ, ਆਪ ਹੀ ਰੋਗੀ, ਆਪ ਹੀ ਸੋਗੀ, ਆਪ ਹੀ ਗਿਆਨੀ, ਆਪ ਹੀ ਅਗਿਆਨੀ। ਇੱਥੇ ਵੀ ਆਤਮਾ ਜਿਹੜੀ ਹੈ ਉਹ ਮਨ ਨੂੰ ਸੰਬੋਧਨ ਕਰਦੀ ਹੈ। ਮਨਾ, ਤੈਨੂੰ ਹੋਰ ਦੁਨੀਆ ਦੇ ਵਿੱਚ ਕੋਈ ਚੰਗੀ ਚੀਜ਼ ਨਹੀਂ ਲੱਗਣੀ ਚਾਹੀਦੀ। ਇਹ ਆਪਣੇ ਮਨ ਵਿੱਚ ਸੋਚ। ਮਨਾ, ਆਪਣੀ ਸੋਚ ਬਿਰਤੀ ਦੇ ਨਾਲ ਇਹ ਗੱਲ ਸੋਚ ਕਿ ਮੈਨੂੰ ਹੋਰ ਕੋਈ ਚੰਗੀ ਚੀਜ਼ ਨਹੀਂ ਲੱਗਦੀ।
ਚਰਨਾਵੇ ਨਾਮ ਪੂਜਨੀਕ ਵਾਹਿਗੁਰੂ ਦਾ ਹੈ। ਕਿਉਂਕਿ ਚਰਨ ਪੂਜੇ ਜਾਂਦੇ ਨੇ ਲਕਸ਼ਣਾ ਬਿਰਤੀ ਦੁਆਰਾ, ਅਰਥ ਕਰਦੇ ਨੇ ਚਰਨਾਵੇ ਪੂਜਨੀਕ, ਤੇ ਚਰਨਾਵੇ ਨਾਮ ਚਰਨਾਂ ਦਾ ਹੈ। ਪੂਜਨੀਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨ ਆਵੇ, ਚਰਨਾਂ ਵਿੱਚ ਆ ਕਰਕੇ ਇਸ ਤਰੀਕੇ ਨਾਲ ਪ੍ਰੀਤੀ ਕਰ, ਜਿਵੇਂ ਭੌਰਾ ਧੂੜੇ ਦਾ ਲੋਭ ਲੈ ਕੇ ਕਵਲ ਦੇ ਦੁਆਲੇ ਦੁਆਲੇ ਭੌਂਦਾ ਏ, ਕਵਲ ਦੀਆਂ ਪੰਖੜੀਆਂ ਵਿੱਚ ਆ ਕੇ ਆਪਣੀ ਜਾਨ ਗਵਾ ਦਿੰਦਾ ਏ, ਪਰ ਕਵਲ ਦੇ ਨਾਲੋਂ ਮੋਹ ਨਹੀਂ ਛੱਡਦਾ। ਇਸ ਤਰੀਕੇ ਦੇ ਨਾਲ ਆਪਣਾ ਤਨ ਮਨ ਧਨ ਆਪਣੇ ਗੁਰੂ ਤੋਂ ਨਿਸ਼ਾਵਰ ਕਰਨਾ ਕਰ। ਅਨ ਰਸ ਨਹੀਂ ਚਾਹੈ ਏਕੈ ਹਰਿ ਲਾਹੈ। ਮਨਾ ਇਹ ਸੋਚ ਬਿਰਤੀ ਦੇ ਨਾਲ, ਇਹ ਚਿੱਤ ਬਿਰਤੀ ਨਾਲ ਸੋਚਣਾ ਕਰ, ਮੈਨੂੰ ਦੁਨੀਆ ਦੇ ਹੋਰ ਰਸ ਚੰਗੇ ਨਹੀਂ ਲੱਗਦੇ। ਇੱਕੋ ਇਸ ਗੱਲ ਦਾ ਲਾਹਾ ਇਹ ਕਿ ਦੁਨੀਆ ਤੋਂ ਪਰਮਾਨੰਦ ਦੀ ਪ੍ਰਾਪਤੀ ਕਰਨੀ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਸ ਸੰਸਾਰ ਤੇ ਆਏ ਐ, ਇੱਕੋ ਗੱਲ ਦਾ ਲਾਹਾ ਮਨ ਵਿੱਚ ਰੱਖ, ਮਨਾ ਇਹ ਸੰਸਾਰ ਤੇ ਆਏ ਐ, ਇੱਥੋਂ ਕੁਝ ਮੋਕਸ਼ ਪ੍ਰਾਪਤ ਕਰਕੇ ਜਾਣੀ ਹੈ, ਕੋ ਖੱਟ ਕੇ ਜਾਣਾ ਹੈ, ਇੱਥੇ ਗਵਾ ਕੇ ਨਹੀਂ ਜਾਣਾ। ਅਨ ਤੇ ਟੂਟੀਐ ਰਿਖ ਤੇ ਛੁਟੀਐ। ਅਨ ਨਾਮ ਹੋਰਨਾਂ ਦਾ ਏ, ਹੋਰਨਾਂ ਤੋਂ ਛੁੱਟਣਾ ਕਰ। ਅਨ ਨਾਮ ਗੁਰੂ ਖਾਲਸਾ ਜੀ ਅੰਨਿਆ ਤੋਂ ਬਣਿਆ ਹੈ। ਅੰਨਿਆ ਸ਼ਬਦ ਸੰਸਕ੍ਰਿਤ ਭਾਸ਼ਾ ਦਾ ਹੈ। ਅੰਨਿਆ ਮੈਨੇ ਹੋਰ, ਹੋਰ ਜਿਹੜੇ ਤੇਰੇ ਬਾਹਰੀ ਰਿਸ਼ਤੇ ਨਾਤੇ ਮੋਹ ਫਸਿਆ ਫਿਰਦਾ ਹੈ ਨਾ, ਕੰਮਾਂ ਕਾਜਾਂ ਈਰਖਾ ਦਵੈਸ਼ ਵਿੱਚ, ਮਨਾ ਇਹਦੇ ਤੋਂ ਛੁੱਟ ਜਾਣਾ ਕਰ। ਰੇਖ ਨਾਮ ਇੰਦਰੀਆਂ ਦਾ ਏ। ਇੰਦਰੀਆਂ ਰੂਪੀ ਟਾਹਣੀਆਂ ਦੇ ਉੱਪਰ ਬਾਂਦਰ ਦੀ ਨਿਆਈ ਜੋ ਨੱਚਦਾ ਫਿਰਦਾ ਏ, ਮਨਾ ਇਹਨਾਂ ਤੋਂ ਖਹਿੜਾ ਛੱਡ ਦੇ। ਧਰਮਰਾਜੇ ਦੀ ਦਰਗਾਹ ਵਿੱਚ ਜਾ ਕੇ ਇੰਦਰੀਆਂ ਨੇ ਇੱਕ ਬੰਨੇ ਹੋ ਜਾਣਾ ਹੀ। ਉਹਨਾਂ ਨੇ ਕਹਿਣਾ ਜੋ ਕੀਤਾ ਇਹ ਮਨ ਨੇ ਕੀਤਾ, ਅਸਾਂ ਨੇ ਤੇ ਕੀਤਾ ਕੁਝ ਨਹੀਂ। ਸਮਾਂ ਨਹੀਂ, 10ਵੇਂ ਪਾਤਸ਼ਾਹ ਜੀ ਨੇ ਇੰਦਰੀਆਂ ਮਨ ਦੇ ਨਾਲ ਜੋ ਬੇਵਫਾਈ ਕਰਦੀਆਂ ਨੇ ਉਹ ਲੋਹ ਪ੍ਰਕਾਸ਼ ਗ੍ਰੰਥ ਵਿੱਚ ਲਿਖੀ ਹੈ। ਇਹ ਵਾਰਤਾ ਮਹਾਰਾਜ ਨੇ 2 ਸ਼ਬਦ ਲਿਖੇ ਨੇ, ਮੈਂ ਆਪ ਸੰਗਤਾਂ ਦੇ ਨਾਲ ਕਹਿ ਸਕਾਂ, ਸਮਾਂ ਗੁਜਾਇਸ਼ ਨਹੀਂ ਦਿੰਦਾ। ਸੋ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਇੰਦਰੀਆਂ ਦੇ ਜੰਜਾਲ ਦੇ ਵਿੱਚੋਂ ਛੁੱਟਣਾ ਕਰੀਏ। ਮਨ ਹਰ ਰਸ ਘੁੱਟੀਐ ਸੰਗ ਸਾਧੂ ਉਲਟੀਐ। ਮਨਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦਾ ਪਰਮ ਰਸ ਹੈ ਉਹਨੂੰ ਘੁੱਟ ਲਾ ਕਰਕੇ ਪੀਣਾ ਕਰ, ਤੇ ਸਾਧੂਆਂ ਦੀ ਸੰਗਤ ਕਰਕੇ ਸੰਸਾਰ ਵੱਲੋਂ ਉਲਟ ਕਰਕੇ ਨਿਰੰਕਾਰ ਵੱਲ ਜੁੜਨਾ ਕਰ। ਅਨ ਨਾਹੀ ਨਾਹੀ ਰੇ। ਮਨਾ ਸੰਸਾਰ ਦੇ ਵਿੱਚ ਕੋਈ ਨਹੀਂ ਹੋਰ। ਵਿਦਾਂਤੀਆਂ ਨੇ ਗੁਰੂ ਖਾਲਸਾ ਜੀ ਪਰਦਾ ਦੱਸਿਆ ਤੇ ਪਰਦੇ ਦੇ 2 ਸ਼ਕਤੀਆਂ ਦੱਸੀਆਂ ਨੇ। ਉਹ ਕਹਿੰਦੇ ਨੇ ਵੀ ਰੱਬ ਦੇ ਤੇ ਬੰਦੇ ਦੇ ਵਿਚਕਾਰ ਇੱਕ ਪਰਦਾ ਏ। ਉਹ ਪਰਦੇ ਦੀਆਂ 2 ਪਰਤਾਂ ਨੇ, ਅਸਤਵਾ ਪਾਦਕ ਤੇ ਮਿਥਿਆ ਭਾਵਨਾ। ਬੰਦਿਆ ਕਹੇ ਕਿ ਨਾ ਤੇ ਅਸਤਵਾ ਪਾਦਕ ਹੈ ਤਾਂ ਨਾ ਮਿਥਿਆ ਭਾਵਨਾ ਹੈ, ਇੱਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਹੀ ਹੈ। ਨਾਨਕ ਪ੍ਰੀਤ ਚਰਨ ਚਰਨ ਹੈ। ਚਰਨ ਪੂਜਨੀਕ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਚਰਨਾਂ ਨਾਲ ਪ੍ਰੀਤੀ ਕਰ। ਗੁਰੂ ਨਾਨਕ ਸਾਹਿਬ ਜੀ ਦੀ ਮੋਹਰ ਲਾ ਕੇ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਪਏ ਨੇ। ਪ੍ਰੀਤੀ ਕਰ, ਮਨ ਕਰਕੇ ਤਨ ਕਰਕੇ ਚਰਨਾਂ ਦੇ ਨਾਲ ਪ੍ਰੀਤੀ ਕਰ। ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਉਪਦੇਸ਼ ਬਖਸ਼ਿਆ। ਮਹਾਰਾਜ ਦੀ ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਗਈਆਂ ਨੇ। ਆਪ ਸੰਗਤਾਂ ਬਖਸ਼ਣੇ ਜੋ ਕਿਰਪਾ ਕਰਕੇ ਬਖਸ਼ ਲੈਣਾ। ਅੱਗੇ ਵਾਸਤੇ ਸੋਝੀ ਸਮਤ ਬਖਸ਼ ਕੇ ਨਿਹਾਲ ਕਰਤਾਰਥ ਕਰਨਾ। ਧੰਨ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਜਿਨ੍ਹਾਂ ਨੇ ਅਦਨੇ ਜੇ ਮੁਰੀਦ ਦੇ ਉੱਪਰ ਕਿਰਪਾ ਕੀਤੀ, ਆਪਣੇ ਚਰਨਾਂ ਵਿੱਚ ਥਾਂ ਬਖਸ਼ੀ। ਮੈਂ ਸਤਿਗੁਰੂ ਸਾਹਿਬ ਜੀ, ਗੁਰੂ ਗ੍ਰੰਥ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਅਤੇ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰ ਘਰ ਦੇ ਸੇਵਾਦਾਰ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਸ਼੍ਰੀ ਮਿਸਲ ਸ਼ਹੀਦਾਂ ਤਰਨਾ ਦਲ ਸ਼੍ਰੀ ਬਾਬਾ ਬਕਾਲਾ ਸਾਹਿਬ
ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ 15ਵੇਂ ਮੁਖੀ, ਉਹਨਾਂ ਵੱਲੋਂ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਰੋਮ ਰੋਮ ਕਰਕੇ ਤਹਿ ਦਿਲ ਤੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਦੀ ਚਰਨ ਸ਼ਰਨ ਵਿੱਚ ਬੈਠ ਕੇ ਮਹਾਰਾਜ ਸਾਹਿਬ ਜੀ ਦੇ ਪਾਵਨ ਮੁਖਵਾਕ ਦੀ ਹਾਜ਼ਰੀ ਭਰਨ ਦਾ ਇਹ ਨਿਮਾਣੇ ਜੀ ਨੂੰ ਮਾਣ ਬਖਸ਼ਿਆ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਹੋਈ ਭੁੱਲ ਚੁੱਕ ਦੀ ਖਿਮਾ ਜੀ। ਅਨ ਤੇ ਟੂਟੀਆ ਰੇਖ ਤੇ ਛੁਟੀਆ, ਮਨ ਹਰ ਰਸ ਘੁਟੀਆ, ਸੰਗ ਸਾਧੂ ਉਲਟੀਆ, ਅਨ ਨਾਹੀ ਨਾਹੀ ਰੇ, ਨਾਨਕ ਪ੍ਰੀਤ ਚਰਨ ਚਰਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।